मैं पार्टी प्रमुख होके पर्चे शिकायत करता मैं ਤੁਹਾਨੂੰ ਵਿਸ਼ਵਾਸ ਦਵਾਉਂਦਾ ਕੋਈ ਸੋਲੂਸ਼ਨ ਕੱਢੋ ਠੀਕ ਆ ਸਾਰਿਆਂ ਨੂੰ ਚੰਗਾ ਲੱਗੇਗਾ ਆਪਾਂ ਤੁਹਾਡੇ ਨਾਲ ਸਹਿਮਤੀ ਹੈ ਮੈਂ ਨਹੀਂ ਚਾਹੁੰਦਾ ਬਹੁਤ ਸ਼ੁਕਰੀਆ ਤੁਹਾਡਾ ਇਹ ਤੁਹਾਡੇ ਲਫ਼ਜ਼ਾਂ ਦਾ ਮੈਂ ਇੱਥੇ ਹੀ ਮੁਕਾਨਾ ਵਾ ਤੇ ਇਹੋ ਹੀ ਤੇ ਵੀਡੀਓ ਤੁਹਾਡੀ ਉਹਨਾਂ ਤੱਕ ਪਹੁੰਚਾਉਣਾ ਵਾ ਕਿ ਅਸੀਂ ਉਸ ਚੀਜ਼ ਨੂੰ ਬਹਿ ਕੇ ਹੱਲ ਕਰਨ ਦਾ ਬਿਲਕੁਲ ਹੁਣ ਅਸੀਂ ਪੰਜਾਬ ਚ ਆ ਚੁੱਕੇ ਹਾਂ ਤੇ ਪੰਜਾਬ ਤੋਂ ਸਾਡੇ ਨਾਲ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਪ੍ਰਧਾਨ ਸੰਜੀਵ ਕਨੋਰੀ ਜੀ ਜੁੜ ਚੁੱਕੇ ਨੇ। ਸਭ ਤੋਂ ਪਹਿਲੇ ਤੇ ਤੁਹਾਡਾ ਸਾਨੂੰ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਪਿਆਰ ਭਰੀ ਸ਼ੁਕਰੀਆ ਜੀ। ਇਹ ਮੁੱਦਾ ਜਿੰਨਾ ਇਸ ਟਾਈਮ ਤੇ ਉੱਥੇ ਬਣ ਚੁੱਕਾ ਕਿ ਇਹ ਮੁੱਦਾ ਵਾਕਈ ਹੀ ਇੰਨਾ ਹੈਗਾ ਸੀ ਜਿੰਨਾ ਇਸ ਟਾਈਮ ਤੇ ਉੱਥੇ ਬਣ ਚੁੱਕਾ ਹੋਇਆ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਤੇ ਇਹ ਬਾਕੀ ਚੀਜ਼ਾਂ ਮੈਂ ਬਾਅਦ ਚਾਹੁੰਦਾ। ਭਾਜੀ ਗੱਲ ਇਸ ਤਰ੍ਹਾਂ ਹੈ ਪੰਜਾਬ ਦਾ ਬੜਾ ਵਧੀਆ ਮਾਹੌਲ ਸੀ 84 ਤੋਂ ਬਾਅਦ ਬੜੀ ਸ਼ਾਂਤੀ ਸੀ ਫਿਰ ਤੋਂ ਉਹੀ ਪੁਰਾਣੇ ਸਿੱਖ ਹਿੰਦੂ ਭਾਈਚਾਰਾ ਬੜਾ ਵਧੀਆ ਜਾ ਰਿਹਾ ਸੀ ਪਰ ਇਸ ਬੰਦੇ ਦੀ ਗਲਤੀ ਨੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਅਸੀਂ ਜਿਹੜਾ ਪਰਚਾ ਕਰਾਇਆ 295 ਏ ਦਾ ਕਰਾਇਆ ਭਾਵਨਾਵਾਂ ਦਾ ਪਰ ਹੁਣ ਅਸੀਂ ਇਹਦਾ ਤੇ ਪਰਚਾ ਕਰਾਵਾਂਗੇ ਦੇਸ਼ ਦਰੋਹ ਦਾ ਦੰਗੇ ਕਰਾਉਣ ਦਾ। ਇਹਨੇ ਸਾਡੇ ਭਾਈਚਾਰਾ ਚ ਐਡੀ ਬੜੀ ਪਾੜ ਪਾਤੀ। ਅੱਜ ਹਿੰਦੂ ਸਿੱਖ ਕੋਈ ਕਮੈਂਟ ਪਾ ਰਿਹਾ ਕੋਈ ਕਮੈਂਟ ਪਾ ਰਿਹਾ ਮਤਲਬ ਕਿੱਡੇ ਦੁੱਖ ਦੀ ਗੱਲ ਆ। ਇੱਕ ਬੰਦੇ ਦੀ ਗਲਤੀ ਨਹੀਂ ਹੈ ਉਹਨੇ ਜਾਣ ਬੁੱਝ ਕੇ ਉਹ ਅੱਜ ਦੇ ਸਮੇਂ ਵਿੱਚ ਜਿਹੜਾ ਰਣਜੀਤ ਬਾਵਾ ਸੀ ਉਹ ਫਲੋਪ ਜਾ ਰਿਹਾ ਸੀ ਉਹਨਾਂ ਨੇ ਬੈਠ ਕੇ ਇੱਕ ਪਲਾਨ ਕੀਤਾ। ਉਹਨੇ ਗਾਣੇ ਦੇ ਵਿੱਚ ਵੀ ਉਹ ਲਫ਼ਜ਼ ਬੋਲੇ ਨੇ ਵੀ ਮੈਂ ਜਦ ਬੋਲਾਂਗਾ ਯੁੱਧ ਛਿੜ ਜਾਵੇਗਾ। ਉਹਦਾ ਯੁੱਧ ਛਿੜਨ ਤੋਂ ਬਾਅਦ ਉਸ ਬੰਦੇ ਨੂੰ ਅਸੀਂ ਕਾਲ ਕੀਤੀ ਬਲਕਿ ਦੇਖੋ ਕਿੱਡੀ ਬੜੀ ਗੱਲ ਆ। ਸ਼ਿਵ ਸੈਨਾ ਨੇ ਕਾਲ ਕੀਤੀ ਵੀ ਭਾਈ ਸਾਹਿਬ ਤੁਸੀਂ ਆ ਗਲਤ ਬੋਲੇ ਆ। ਉਹ ਕਹਿੰਦਾ ਨਹੀਂ ਜੋ ਮੈਂ ਬੋਲਿਆ ਬਿਲਕੁਲ ਠੀਕ ਬੋਲਿਆ। ਫਿਰ ਦੂਜੇ ਦਿਨ ਉਹ ਆਪਣੇ ਦਫ਼ਤਰ ਦੇ ਵਿੱਚ ਮਾਫੀ ਮੰਗ ਲੈਂਦਾ ਏ। ਗਾਣਾ ਆਊਟ ਕਰ ਲਿਆ ਬਾਅਦ ਚ ਡਿਲੀਟ ਕਰਤਾ ਮਾਫੀ ਮੰਗ ਲਈ। ਮਤਲਬ ਕਿ ਇਹ ਇੱਕ ਪਿਕਚਰ ਦਾ ਰੋਲ ਸੀ ਇੱਕ ਮਨ ਘੜਤ ਕਹਾਣੀ ਨਹੀਂ ਹੈ ਬਣਾਈ ਗਈ ਕਹਾਣੀ ਹੈ। ਇਹ ਉਹਨੇ ਬੈਠ ਕੇ ਇਹ ਲਫ਼ਜ਼ ਬੋਲੇ ਨੇ। ਬੋਲਣ ਤੋਂ ਬਾਅਦ ਅੱਜ ਦੇਖੋ ਹਿੰਦੂ ਭਾਈਚਾਰਾ ਵੀ ਈਸਾਈ ਭਾਈਚਾਰਾ ਵੀ ਬਾਣੇ ਵਾਲੇ ਸਿੱਖ ਭਾਈਚਾਰਾ ਵੀ ਉਹਦੇ ਖਿਲਾਫ ਪਰਚੇ ਦਰਜ ਕਰਨ ਦੀ ਮੰਗ ਲੈ ਕੇ ਜਾ ਰਹੇ ਨੇ। ਅੱਜ ਪੂਰੇ ਪੰਜਾਬ ਦੇ ਵਿੱਚ ਹਰ ਤਰਫ ਭਾਈਚਾਰਾ ਉਹਦੇ ਖਿਲਾਫ ਨੇ। ਮਤਲਬ ਕਿ ਇੱਕ ਬੰਦੇ ਦੀ ਗਲਤੀ ਦੇਖੋ ਗਾਇਕ ਦਾ ਕੰਮ ਹੈ ਲੋਕਾਂ ਦਾ ਮਨੋਰੰਜਨ ਕਰਨਾ ਦੇਸ਼ ਹਿੱਤ ਲਈ ਗਾਣਾ ਲੋਕਾਂ ਦੇ ਹਿੱਤ ਲਈ ਗਾਣਾ। ਇਹ ਕੀ ਆ ਵੀ ਕਰੋਨਾ ਦੀ ਬਿਮਾਰੀ ਤੋਂ ਸਾਰਾ ਵਰਲਡ ਪੀੜਤ ਆ। ਇਹਨੇ ਇੱਕ ਨਵੀਂ ਜੰਗ ਸ਼ੁਰੂ ਕਰਤੀ ਜਿਹਦੀ ਸਜ਼ਾ ਇਹਨੂੰ ਭੁਗਤਣੀ ਪਏਗੀ। ਜਿਵੇਂ ਤੁਸੀਂ ਕਿਹਾ ਵੀ ਉਹਨੇ ਇਹ ਬਹਿ ਕੇ ਪਲਾਨ ਕੀਤਾ ਜਿਹਨੂੰ ਅਸੀਂ ਕਹਿੰਦੇ ਆ ਵੀ ਅਸੀਂ ਇੰਟੈਂਸ਼ਨਲੀ ਚਾਹੁੰਦੇ ਆ ਦੰਗੇ ਕਰਾਣੇ ਇੰਟੈਂਸ਼ਨਲੀ। ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਕੋਲ ਕੋਈ ਇਦਾਂ ਦਾ ਸਬੂਤ ਹੈਗਾ ਕਿ ਉਹਨੇ ਇਸ ਤਰੀਕੇ ਨਾਲ ਬਹਿ ਕੇ ਇਹ ਗਾਣਾ ਹੀ ਦੰਗੇ ਕਰਾਉਣ ਲਈ ਕੀਤਾ? ਬਿਲਕੁਲ ਜੀ। ਜਦੋਂ ਉਹ ਇੱਕ ਗੱਲ ਬੋਲਣ ਤੋਂ ਵਿੱਚ ਉਸ ਗਾਣੇ ਦੇ ਵਿੱਚ ਲਫ਼ਜ਼ ਬੋਲ ਰਿਹਾ ਵੀ ਜੋ ਮੈਂ ਬੋਲਿਆ ਤਾਂ ਯੁੱਧ ਛਿੜ ਜਾਵੇਗਾ। ਉਹਦਾ ਕੀ ਮੀਨਿੰਗ ਕਾਹਦੀ ਜੰਗ ਛਿੜਨੀ ਕਾਹਦਾ ਯੁੱਧ ਛਿੜਨਾ? ਕਿਉਂਕਿ ਗਾਣੇ ਇਹਦੇ ਤੋਂ ਪਹਿਲੇ ਕਈ ਇਹੋ ਜਿਹੇ ਗਾਣੇ ਆ ਚੁੱਕੇ ਨੇ ਜਿਹਦੇ ਵਿੱਚ ਹਰ ਰੋਜ਼ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਗੋਲੀ ਬਾਰੀ ਬੰਦੂਕ ਇਹਦੀਆਂ ਗੱਲਾਂ ਹੁੰਦੀਆਂ ਮਗਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਬਾਜ਼ਾਰ ਨਿਕਲੇ ਕੋਈ ਘਰੋਂ ਬਾਹਰ ਨਿਕਲੇ ਤੇ ਗੋਲੀ ਬਾਰੀ ਬੰਦੂਕ ਉਹ ਸ਼ੁਰੂ ਕਰ ਦੇਵੇ ਚਲਾਣੀ। ਮਗਰ ਉਹ ਗਾਣਿਆਂ ਦੇ ਤਰੀਕੇ ਨਾਲ ਗਾਣੇ ਬਣਦੇ ਨਹੀਂ ਉਹ ਇਸੇ ਤਰੀਕੇ ਨਾਲ ਨਹੀਂ ਤੇ ਏਦਾਂ ਦੇ ਹਰ ਕੋਈ ਦੂਜੇ ਦਿਨ ਆ ਜਾਏਗਾ ਵੀ ਇਹਨੇ ਗੋਲੀ ਬਾਰੀ ਜੇ ਉਹ ਬੋਲ ਦਿੱਤਾ ਤੇ ਯੁੱਧ ਛਡਵਾ ਦੇਗਾ। ਉਹਦਾ ਇਹ ਮਤਲਬ ਨਹੀਂ ਹੈ। ਮਗਰ ਚਲੋ ਤੁਸੀਂ ਇਹਨੂੰ ਇਸ ਤਰੀਕੇ ਨਾਲ ਸਮਝਦੇ ਮੈਂ ਵਿਊ ਹੀ ਲੈਣਾ ਇਹਦੇ ਉੱਤੇ ਵਿਊ ਹੀ ਲੈ ਰਿਹਾ ਜੀ। ਹੁਣ ਮੇਰਾ ਜਿਹੜਾ ਦੂਸਰਾ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਤੁਸੀਂ ਜਿਹੜਾ ਇਹਦੇ ਤੁਸੀਂ ਕਿਹਾ ਵੀ ਇਹ ਇਹਨੂੰ ਫੋਨ ਕੀਤਾ ਤੇ ਉਹਨੇ ਅੱਗੋਂ ਕਿਹਾ ਵੀ ਠੀਕ ਹੈ ਵੀ ਮੈਂ ਜੋ ਬੋਲ ਦਿੱਤਾ ਵਗੈਰਾ ਜੀ। ਇਹਦੀ ਵੀ ਕੋਈ ਤੁਹਾਡੇ ਕੋਲ ਪ੍ਰੂਫ ਏਦਾਂ ਹੈਗਾ ਵੀ ਉਸਨੇ ਕੋਈ ਏਦਾਂ ਵੀ ਤੁਹਾਡੀ ਗੱਲ ਨਾ ਸੁਣੀ ਹੋਵੇ ਤੇ ਉਹਨੇ ਕਹਿ ਦਿੱਤਾ ਹੋਵੇ ਵੀ ਨਹੀਂ ਜੀ ਠੀਕ ਹੈ ਤੁਸੀਂ ਇਹਦਾ ਕੋਈ ਪ੍ਰੂਫ ਦੇ ਸਕਦੇ ਜੀ ਏਦਾਂ? ਬਿਲਕੁਲ ਸਾਡਾ ਸਨੀ ਮਹਿਤਾ ਉਹਦੇ ਪਾਸ ਆਲਰੇਡੀ ਰਿਕਾਰਡਿੰਗ ਪਈ ਆ। ਇਹਨੇ ਆਪਣੇ ਜਿਹੜਾ ਇਹਦਾ ਪੀਏ ਆ ਜਾਂ ਸੈਕਟਰੀ ਜੋ ਵੀ ਹੈ ਡਿਪਟੀ ਬੋਰਾ ਨਾਮ ਦਾ ਬੰਦਾ ਹੈ ਉਹਨੇ ਗੱਲ ਕਹੀ ਆ ਵੀ ਬਿਲਕੁਲ ਜੀ ਤੁਸੀਂ ਗਾਣਾ ਸੁਣੋ ਕੋਈ ਉਹ ਨਹੀਂ ਮਤਲਬ ਕਿ ਆਪ ਇਹਨਾਂ ਨੇ ਉਹਨੂੰ ਫੋਨ ਮਤਲਬ ਨਹੀਂ ਇੱਕ ਚੀਜ਼ ਹੁੰਦਾ ਹੈ ਕਿ ਤੁਸੀਂ ਕਾਲ ਕੀਤੀ ਅਗਲੇ ਨੇ ਤੁਹਾਨੂੰ ਸੁਣਿਆ ਉਹਨੇ ਕਿਹਾ ਵੀ ਤੁਸੀਂ ਗਾਣਾ ਸੁਣੋ ਸਮਝੋ ਇਹਨੂੰ ਇਹਦੇ ਚ ਮੈਂ ਕੁਝ ਏਦਾਂ ਨਹੀਂ ਗਾ ਉਹ ਇੱਕ ਚੀਜ਼ ਡਿਫਰੈਂਟ ਹੈਗੀ ਹੈ। ਬੋਲ ਤੇ ਬੋਲ ਦਾ ਫਰਕ ਪੈ ਜਾਂਦਾ ਨਾ। ਜੇਕਰ ਜਿਵੇਂ ਹੁਣ ਤੁਸੀਂ ਕਹੋਗੇ ਵੀ ਉਹਨੇ ਕਿਹਾ ਵੀ ਨਹੀਂ ਮੈਂ ਤੇ ਕਰ ਦਿੱਤਾ ਤੁਸੀਂ ਜੋ ਮਰਜ਼ੀ ਕਰ ਲਓ ਉਹ ਚੀਜ਼ ਡਿਫਰੈਂਟ ਹੈ। ਸਰ ਉਹੀ ਬੋਲ ਦੀ ਗੱਲ ਆ ਗਈ ਨਾ। ਇਹਨੇ ਕਈ ਲੋਕ ਕਹਿੰਦੇ ਨੇ ਵੀ ਇਹਨਾਂ ਸਿੱਧਾ ਸ਼ਿਵਲਿੰਗ ਜੀ ਦਾ ਨਾਮ ਨਹੀਂ ਲਿੱਤਾ ਇਹਨੇ ਸਿੱਧਾ ਉਹ ਨਹੀਂ ਲਿੱਤਾ। ਮੇਰਾ ਬਸ ਮਕਸਦ ਇਹ ਹੈਗਾ ਕਿ ਆਪਾਂ ਇਸ ਚੀਜ਼ ਨੂੰ ਅਵੋਇਡ ਕਰ ਸਕਦੇ ਸੀ ਕਿ ਆਪਾਂ ਇਸ ਚੀਜ਼ ਨੂੰ ਕਿਤੇ ਬਹਿ ਕੇ ਕਿਤੇ ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਤਾਂ ਤੁਸੀਂ ਇਹਦੇ ਨਾਲ ਮੇਰੇ ਨਾਲ ਮੰਨੋਗੇ
ਕਿ ਇਹਨੇ ਇੱਕ ਤਰ੍ਹਾਂ ਤੇ ਸਮਾਜ ਦੇ ਆਈਨੇ ਦੀ ਗੱਲ ਕੀਤੀ। ਜੋ ਹੋ ਰਿਹਾ ਉਹ ਸੱਚ ਹੈ। ਮੇਰਾ ਇਹ ਮੰਨਣਾ ਹੈ ਕਿ ਅਗਰ ਅਸੀਂ ਲੋਕ ਕਿਤੇ ਬਹਿ ਕੇ ਇੱਕ ਜਗ੍ਹਾ ਉਹਦੇ ਨਾਲ ਕਰ ਲੈਂਦੇ ਕਿ ਜਾਂ ਜਿਸ ਤਰ੍ਹਾਂ ਹੁਣ ਮੀਡੀਆ ਦੇ ਉੱਤੇ ਆ ਰਿਹਾ, ਕੋਈ ਇੱਕ ਜਣਾ ਕਹਿ ਰਿਹਾ ਕਿ ਮੈਂ 1 ਲੱਖ ਰੁਪਈਆ ਦੇ ਦੂੰਗਾ, ਉਦੋਂ ਮੂੰਹ ਕਾਲਾ ਕਰ ਦੋ, ਮੈਂ ਇਹ ਕਰ ਦੂੰਗਾ। ਉਹ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ, ਇਹ ਖਰਾਬ ਮਾਹੌਲ ਖਰਾਬ ਹੋ ਗਿਆ ਨਾ। ਕੋਈ ਰਸਤਾ ਸੀ ਵੀ ਆਪਾਂ ਬਹਿ ਕੇ ਵਿਚਾਰ ਕੇ ਇਹਨੂੰ ਕਰ ਲੈਂਦੇ ਕਿ ਜਾਂ ਆਪਾਂ ਨੇ ਇੱਕੋ ਇਹੋ ਹੀ ਹੱਲ ਰਹਿ ਗਿਆ ਸੀ ਵੀ ਆਪਾਂ ਪਹਿਲੇ ਪਰਚਾ ਕਰਦੇ, ਫਿਰ ਆਪਣੇ ਫੇਸਬੁੱਕ ਤੇ ਜਾਂਦੇ ਜਾਂ ਹੋਰ ਸੋਸ਼ਲ ਮੀਡੀਆ ਜਾਂਦੇ, ਦੂਸਰੇ ਮੀਡੀਆ ਜਾ ਕੇ ਤੇ ਆਪਾਂ ਇਹਦਾ ਪ੍ਰਚਾਰ ਕਰਦੇ। ਕੀ ਤੁਹਾਨੂੰ ਠੀਕ ਨਹੀਂ ਲੱਗਦਾ ਵੀ ਆਪਾਂ ਪਹਿਲੇ? ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ, ਮੇਰੀ ਤੁਸੀਂ ਗੱਲ ਮੇਰੇ ਵੀ ਸੁਣੋ ਨਾ। ਹਾਂ ਤੁਸੀਂ ਦੱਸੋ। ਆਪਾਂ ਮਗਰ ਤੁਸੀਂ ਇਸ ਗੱਲ ਨਾਲ ਉਹਦਾ ਸਹਿਮਤ ਜੇ ਨਾ ਕਿ ਆਪਾਂ ਇਸ ਤਰੀਕੇ ਨਾਲ ਇਸ ਚੀਜ਼ ਨੂੰ, ਇਸ ਬਵਾਲ ਨੂੰ ਥੋੜਾ ਘਟਾ ਸਕਦੇ ਸੀ ਜਿੰਨਾ ਇਸ ਟਾਈਮ ਤੇ ਬਣ ਚੁੱਕਾ? ਬਿਲਕੁਲ ਜੀ, ਅਸੀਂ 100% ਕੋਸ਼ਿਸ਼ ਕੀਤੀ। ਅਸੀਂ ਪਹਿਲਾਂ ਖੁਦ ਕਾਲ ਕੀਤੀ, ਫਿਰ 3 ਬੰਦਿਆਂ ਤੋਂ ਹੋਰ ਕਾਲ ਕੀਤੀ। ਫਿਰ ਭਾਈ ਸਾਹਿਬ ਜਦੋਂ ਇਹਨਾਂ ਨੇ ਕਿਸੇ ਨੇ ਇਹਨੂੰ ਸਲਾਹ ਦਿੱਤੀ ਵੀ ਤੂੰ ਗਲਤ ਹੈ, ਇਹਨੂੰ ਦਿਖਣ ਲੱਗ ਗਿਆ ਵੀ ਮੇਰੇ ਵਿਰੁੱਧ ਕਾਰਵਾਈ ਹੋਏਗੀ, ਇਹਨਾਂ ਨੇ ਆਪਣੇ ਦਫ਼ਤਰ 'ਚ ਮਾਫੀ ਮੰਗ ਲਈ। ਉਸ ਟਾਈਮ ਵੀ ਇਹ ਐਫਰਟਸ ਕਰਦੇ, ਮੀਨਿੰਗ ਇਹਨਾਂ ਵੱਲੋਂ ਕੋਈ ਐਫਰਟਸ ਨਹੀਂ ਕੀਤੀ। ਇਹ ਐਫਰਟਸ ਕਰਦੇ ਜਿੱਥੇ ਇਹ ਰਹਿੰਦੇ ਨੇ, ਮੋਹਾਲੀ ਡਿਸਟ੍ਰਿਕਟ ਦੇ ਵਿੱਚ ਖਰੜ ਦੇ ਇਲਾਕੇ 'ਚ ਰਹਿੰਦੇ ਸੀ। ਉਹਨਾਂ ਦੇ ਨਾਲ ਸਾਡੀ ਮਾਤਾ ਦਾ ਸ਼ਕਤੀ ਪੀਠ ਹੈਗਾ ਮਨਸਾ ਦੇਵੀ, ਉੱਥੇ ਮੰਦਿਰ ਦੇ ਵਿੱਚ ਜਾਂਦੇ। ਜਾਂ ਸਾਡੇ 7 ਸਮਾਜ ਹੈਗਾ, ਸਾਡੇ ਪੰਚਾਨੰਦ ਜੀ ਬੈਠੇ ਨੇ, ਸਾਡੇ ਹਿੰਦੂ ਤਖਤ ਦੇ ਮੁਖੀ ਬੈਠੇ ਨੇ, ਸਾਡੇ ਸ਼ੰਕਰਚਾਰੀਆ ਜੀ ਬੈਠੇ ਨੇ। ਕਿਸੇ ਨਾਲ ਕੰਟੈਕਟ ਕਰ ਦੇਖੋ। ਅਸੀਂ ਕੋਈ ਸਾਡੇ ਪਿੱਛੇ ਇੱਕ ਐਕਟਰਸ ਨੇ ਗਲਤੀ ਕਰਤੀ, ਉਹ ਹਰਮੰਦਰ ਸਾਹਿਬ ਗਿਆ, ਗੁਰਦੁਆਰਾ ਸਾਹਿਬ ਬੈਠ ਕੇ ਉੱਥੇ ਮਾਫੀ ਮੰਗ ਲਈ। ਤੇ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਇਹਨਾਂ ਨਾਲ ਗੱਲ ਕਰਨ ਦਾ ਸਾਡਾ ਮਕਸਦ ਇਹੀ ਸੀ। ਉਹ ਤੋਂ ਬਾਅਦ ਅਸੀਂ ਇਹਦੇ ਖਿਲਾਫ ਕੋਈ ਬਿਆਨ ਨਹੀਂ ਲਾਇਆ, ਅਸੀਂ ਪੁਲਿਸ ਕੰਪਲੇਂਟ ਕੀਤੀ। ਪੁਲਿਸ ਕੰਪਲੇਂਟ ਵੀ ਅਸੀਂ ਐਸਐਸਪੀ ਰੋਪੜ ਪਾ, ਡੀਜੀਪੀ ਪਾ ਕੀਤੀ। ਉਹ ਐਸਐਸਪੀ ਰੋਪੜ ਨੇ ਵੀ ਇਹਨੂੰ ਕਿਹਾ, ਮਤਲਬ ਕਿ ਉੱਥੇ ਵੀ 2 ਦਿਨ ਪੈਂਡਿੰਗ ਪਈ ਰਹੀ। 4 ਤਰੀਕ ਦਾ ਪਰਚਾ ਸੀ, 6 ਤਰੀਕ ਤੱਕ ਕੋਈ ਉਹ ਨਹੀਂ ਕਰਿਆ। ਉਹ ਜਦੋਂ ਇਹ ਲੱਗ ਗਿਆ ਵੀ ਹਾਂਜੀ ਮੈਂ ਡਿਲੀਟ ਕਰਤਾ, ਮੈਂ ਮਾਫੀ ਮੰਗ ਲਈ, ਹੁਣ ਜੋ ਕਰਨਾ ਕਰ ਲਓ। ਮੀਨਿੰਗ ਇਸ ਬੰਦੇ ਵੱਲੋਂ ਕੋਈ ਵੀ ਐਦਾਂ ਦੀ ਸਾਨੂੰ ਉਹ ਨਹੀਂ ਮਿਲੀ ਵੀ ਜਿਹੜਾ ਇਹ ਆਪਸੀ ਭਾਈਚਾਰਾ ਦੇ ਵਿੱਚ ਇਹਦਾ ਚੰਗਾ ਰੋਲ ਹੁੰਦਾ। ਇਹਨਾਂ ਨੇ ਮਾੜਾ ਰੋਲ ਅਦਾ ਕੀਤਾ। ਫਿਰ ਤਾਂ ਉਹ ਲੋਕਾਂ ਨੇ ਕਿਹਾ ਵੀ ਅਸੀਂ ਲੱਖ ਰੁਪਏ ਦੇਵਾਂਗੇ ਇਹਦਾ ਮੂੰਹ ਕਾਲਾ ਕਰਨ ਨੂੰ। ਮਤਲਬ ਕਿ ਜਦੋਂ ਥੱਲੇ ਕਮੈਂਟ ਉਲਟ ਜਿਹੜੇ ਗਰਮ ਖਿਆਲਾਤੀ ਲੋਕ ਸੀ, ਉਹ ਕਮੈਂਟ ਗਲਤ ਪਾਉਣ ਲੱਗੇ ਵੀ ਕੀ ਹੋਇਆ ਸ਼ਿਵਲਿੰਗ ਬਾਰੇ ਬੋਲਤਾ, ਕੀ ਹੋਇਆ ਗਊ ਮਾਤਾ ਬਾਰੇ ਬੋਲਤਾ। ਮਗਰ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅਸੀਂ ਇਸ ਬਵਾਲ ਨੂੰ ਜਿਸ ਲੈਵਲ ਤੱਕ ਇਹ ਪਹੁੰਚ ਗਿਆ, ਆਪਾਂ ਇਹਨੂੰ ਉੱਥੇ ਪਹਿਲੇ ਰੋਕ ਸਕਦੇ ਸੀ। ਆਪਣੇ ਕੋਲ ਉਹ ਰਸਤੇ ਹੈਗੇ ਸੀ। ਅਸੀਂ ਤਾਂ ਹੀ ਪਰਚਾ ਕਰਾ ਰਹੇ ਸੀ, ਹੈਲਪ ਲੈ ਰਹੇ ਨੇ ਮੈਂ ਮੁੜ ਕੇ ਕੋਈ ਕੰਮ ਕਰੇ ਨਾ। ਸਾਡੇ ਹੀ ਤਾਂ ਲੋਕ ਬੋਲਦੇ ਨੇ। 1 ਸੈਕਿੰਡ ਤੁਸੀਂ ਮੇਰੀ ਗੱਲ ਸੁਣ ਲਓ ਵੀ ਜਿੱਦਾਂ ਪਹਿਲੇ ਪਰੇਸ਼ ਰਾਵਲ ਜੀ ਨੇ ਤਾਂ ਪੂਰੀ 2.5 ਘੰਟੇ ਦੀ ਮੂਵੀ ਬਣ ਚੁੱਕੀ ਹੈ ਪਰੇਸ਼ ਰਾਵਲ ਦੇ ਉੱਤੇ, ਠੀਕ ਹੈ? ਹਾਂਜੀ, ਹੈ ਨਾ? ਇਹ ਇੱਕ 3 ਮਿੰਟ ਦਾ ਗਾਣਾ ਸੀ ਉਸਦਾ। ਭਾਜੀ ਉਹ ਪੰਜਾਬ ਸੁਣੋ, ਉਹ ਵੀ ਓ ਮਾਈ ਗੋਡ ਫਿਲਮ ਅਸੀਂ ਪੰਜਾਬ 'ਚ ਨਹੀਂ ਚੱਲਣ ਦਿੱਤੀ। ਦੱਸੋ ਉਹ ਤੁਹਾਡੀ ਗੱਲ ਮੈਂ ਸਮਝ ਗਿਆ। ਪਰਚਾ ਕਰਾਇਆ। ਗੱਲ ਪਤਾ ਕੀ ਆ, ਇੱਕ ਗਲਤੀ ਕੋਈ ਗਲਤੀ ਕਰ ਰਿਹਾ ਉਹਨੂੰ ਤੁਰੰਤ ਰੋਕਿਆ ਜਾਵੇ ਤਾਂ ਹੀ ਰੁਕਣਗੇ ਨਾ। ਜੇ ਭਾਈ ਰੁਕਣ ਦਾ ਤਰੀਕਾ ਜਿਹੜਾ ਹੈਗਾ, ਰੁਕਣ ਦਾ ਤਰੀਕਾ ਆਪਾਂ ਹੋਰ ਸਹੀ ਤਰੀਕੇ ਨਾਲ ਅਪਣਾ ਲੈਂਦੇ ਤੇ ਅੱਜ ਇਹ ਬਵਾਲ ਨਾ ਹੁੰਦਾ। ਰੁਕਣ ਦਾ ਤਰੀਕਾ ਇੱਕ ਚੀਜ਼, ਹੁਣ ਤੁਸੀਂ ਇੱਕ ਚੀਜ਼ ਹੋਰ ਸਹਿਮਤੀ ਕਰੋਗੇ ਮੇਰੇ ਨਾਲ, ਜਿਹੜਾ ਤਾਜੀ ਮੈਂ ਤੁਹਾਡੀਆਂ ਨਿਊਜ਼ ਸੁਣੀਆਂ ਹੈਗੀਆਂ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਹਨੇ ਸ਼ਿਵਲਿੰਗ ਬਾਰੇ ਬੋਲਿਆ, ਮਗਰ ਉਹਨੇ ਨਾਲ ਗਾਤਰਿਆਂ ਬਾਰੇ ਬੋਲਿਆ, ਨਾਲ ਉਹਨੇ ਜਨੇਊ ਬਾਰੇ ਬੋਲਿਆ, ਕ੍ਰੋਸ ਬਾਰੇ ਬੋਲਿਆ, ਈਵਨ ਕਿ ਉਹਨੇ ਜਾਤਾਂ ਦੇ ਆਧਾਰ ਤੇ ਗੁਰਦੁਆਰਿਆਂ ਬਾਰੇ ਬੋਲਿਆ। ਸਭ ਤੋਂ ਜ਼ਿਆਦਾ ਤੇ ਉਹਨੇ ਆਪਣੀ ਕਮਿਊਨਿਟੀ ਨੂੰ ਹੀ ਬੋਲਿਆ। ਸਭ ਤੋਂ ਜ਼ਿਆਦਾ ਇੱਕ ਚੀਜ਼, ਇਸ ਚੀਜ਼ ਨੂੰ ਮੰਨਦੇ ਜੇ ਕਿ ਨਹੀਂ, ਸਭ ਤੋਂ ਜ਼ਿਆਦਾ ਉਹਨੇ ਇਹਦੇ ਉੱਤੇ 2 ਲਾਈਨਾਂ ਯੂਜ਼ ਕੀਤੀਆਂ। ਮਗਰ ਸੱਚਾਈ ਇਹ ਹੈ ਕਿ ਸਿੱਖ ਜਿਹੜੇ ਹੈਗੇ ਨੇ ਉਹ ਵੀ ਸਮਝਦੇ ਨੇ ਬੋਲਿਆ ਇਹਨੇ ਸੱਚ ਹੀ ਹੈ। ਲੱਗਦਾ ਕੋੜਾ ਜ਼ਰੂਰ ਹੈ, ਬੋਲਿਆ ਇਹਨੇ ਸੱਚ ਹੀ ਹੈ, ਮਗਰ ਅਸੀਂ ਲੋਕ ਇਹਨੂੰ ਬਹਿ ਕੇ ਸੱਚ ਬੋਲਣ ਦੇ ਕਈ ਢੰਗ ਹੁੰਦੇ। ਇਹ ਥੋੜਾ ਤੁਸੀਂ ਕਿਸੇ ਨੂੰ ਟਾਰਗੇਟ ਬਣਾਓ। ਬਿਲਕੁਲ ਬਿਲਕੁਲ ਨਹੀਂ, ਇਹਦੇ 'ਚ ਟਾਰਗੇਟ ਨਹੀਂ ਨਾ ਹੈਗਾ। ਦੇਖੋ ਇਸ ਤੋਂ ਪਹਿਲੇ ਕਵਿਤਾਵਾਂ ਜਿਹੜੀਆਂ ਹੋਰ ਚੀਜ਼ਾਂ ਲੋਕਾਂ ਨੇ ਆਪਣੇ ਤਰੀਕੇ ਨਾਲ ਬੋਲ ਕੇ ਉਹ ਐਕਸਪ੍ਰੈਸ ਕਰਦੇ ਨੇ। ਇਹਨੇ ਇਹਦਾ ਜਿਹੜਾ ਪੇਸ਼ਾ ਹੈਗਾ ਉਹ ਗਾਣਾ ਹੀ ਹੈਗਾ। ਇਹਨੇ ਗਾਣੇ ਨਾਲ ਹੀ ਐਕਸਪ੍ਰੈਸ ਕਰਨਾ ਸੀ। ਲੇਖਕ ਨੇ ਆਪਣੇ ਲੇਖ ਦੇ ਰਾਹੀਂ ਹੀ ਐਕਸਪ੍ਰੈਸ ਕਰਨਾ ਸੀ। ਮੇਰਾ ਕਹਿਣ ਦਾ ਮਤਲਬ ਇਹ ਹੈਗਾ, ਆਪਾਂ ਇਹ ਚੀਜ਼ ਮੰਨਦੇ ਆ ਕਿ ਆਪਾਂ ਇਸ ਚੀਜ਼ ਨੂੰ, ਇਹਨਾਂ ਬਵਾਲ ਨੂੰ, ਜਿੱਦਾਂ ਹੁਣ ਤੁਸੀਂ ਮੇਰੇ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਅਸੀਂ ਦੂਜਾ ਪਰਚਾ ਕਰਾਉਣ ਜਾ ਰਹੇ, ਇਹ ਬਵਾਲ ਹੋਰ ਵਧਣ ਵੱਲ ਜਾ ਰਿਹਾ, ਇਹ ਘਟਣ ਵੱਲ ਨਹੀਂ ਜਾ ਰਿਹਾ। ਕਿ ਜਿਹੜਾ ਤੁਸੀਂ ਹੁਣ ਅਗਲਾ ਸਟੈਪ ਲੈਣ ਜਾ ਰਹੇ ਹੋ ਕਿ ਇਸ ਸਟੈਪ ਦੇ ਉੱਤੇ ਮਿਲ ਕੇ ਇਹਨੂੰ ਵਿਚਾਰ ਲਓ ਕਿ ਅਸੀਂ ਇਹਨੂੰ ਵਧਾਉਣ ਨਾਲੋਂ ਇਹਨੂੰ ਖਤਮ ਕਰ ਸਕਦੇ ਹਾਂ। ਕਿਉਂਕਿ ਇੱਕ ਤੇ ਉਹ ਪਹਿਲੇ ਨੰਬਰ ਤੇ ਮਾਫੀ ਮੰਗ ਚੁੱਕਾ ਹੈ,
ਦੂਸਰੇ ਨੰਬਰ ਤੇ ਉਹ ਦਫ਼ਤਰ ਦੇ ਵਿੱਚ ਤੁਸੀਂ ਉਹਨੇ ਕਿਹੜੀ ਮਾਫੀ ਮੰਗੀ ਦੱਸੋ ਜੀ? ਉਹਦਾ ਉਹ ਤਾਂ ਇੱਕ ਉਸ ਫਿਲਮ ਦਾ ਇੱਕ ਪਾਰਟ ਸੀ। ਮੈਂ ਏਦਾਂ ਰੋਲਾ ਪਾਵਾਂਗਾ, ਗਾਣੇ ਚ ਦਿਖਾਵਾਂਗਾ, ਬਾਅਦ ਚ ਮੈਂ ਆਪਣੇ ਦਫ਼ਤਰ ਚ ਜਾ ਕੇ ਮਾਫੀ ਮੰਗ ਲਾਂਗਾ। ਮਤਲਬ ਕਿ ਤੁਸੀਂ ਉਹਦੀ ਮਾਫੀ ਨੂੰ ਵੀ ਹੁਣ ਤੁਸੀਂ ਮਾਫੀ ਨਹੀਂ ਮੰਨੋਗੇ? ਨਹੀਂ, ਉਹ ਕੋਈ ਮਾਫੀ, ਹਾਂ ਮਾਫੀ ਮੰਗਣ ਦਾ ਕੋਈ ਢੰਗ ਹੁੰਦਾ। ਹੁਣ ਤੁਸੀਂ ਤੁਹਾਡਾ ਕੀ ਹੈਗਾ ਵੀ ਲਾਸਟ ਦੇ ਉੱਤੇ ਤੁਸੀਂ ਕਿੱਥੇ ਜਾ ਕੇ ਮੰਨਦੇ ਹੋ ਵੀ ਆਹੀ ਬਸ ਇੱਥੇ ਸਾਨੂੰ ਸੰਤੁਸ਼ਟੀ? ਨਹੀਂ, ਮੈਂ ਅੱਜ ਵੀ ਦੇਖੋ ਉਸ ਗੱਲ ਤੇ ਫਿਰ ਵੀ ਇੰਨੇ ਹੋਣ ਦੇ ਬਾਵਜੂਦ ਅਸੀਂ ਸਟੈਂਡ ਕਰਦੇ ਆ ਵੀ ਅੱਜ ਉਹ ਆਵੇ, ਸਾਡੇ ਧਰਮ ਗੁਰੂ ਕੋਲ ਚਲੇ ਜਾਵੇ, ਸ਼ੰਕਰਾਚਾਰੀਆ ਜੀ ਚਲੇ ਜਾਵੇ। ਮੈਂ ਤਾਂ ਕਹਿੰਦਾ ਹੁਣ ਅਮਰਨਾਥ ਜੀ ਦੀ ਯਾਤਰਾ ਜਾ ਰਹੀ ਆ, ਉਹ ਭੋਲੇਨਾਥ ਦੇ ਨਾਲੇ ਦਰਸ਼ਨ ਕਰਕੇ ਆਵੇ, ਨਾਲੇ ਕਹੇ ਮੈਂ ਮਹਾਰਾਜ ਜੇ ਤੁਹਾਡੇ ਭਗਤਾਂ ਨੂੰ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮਾਫੀ ਮੰਗਦਾ। ਅਸੀਂ ਕੋਈ ਨਹੀਂ, ਅਸੀਂ ਪਰਚਾ ਹੀ ਵਾਪਸ ਲੈ ਲਾਂਗੇ। ਤੁਹਾਡਾ ਇਸ ਨੂੰ ਕਰਨ ਦਾ ਜਿਹੜਾ ਤਰੀਕਾ ਹੈਗਾ ਸੀ ਉਹ ਇਹਦੇ ਤੋਂ ਹੋਰ ਬੈਟਰ ਹੋ ਸਕਦਾ ਸੀ, ਇਹ ਬਵਾਲ ਇੱਥੇ ਰੁਕ ਸਕਦਾ ਸੀ, ਮਗਰ ਸਟ੍ਰੇਟ ਵਿੱਚ ਜਿਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਖੜਾ ਕਰ ਦਿੱਤਾ ਤੇ ਉੱਪਰੋਂ ਜਿਹੜੇ ਇਹ ਬਿਆਨ ਆ ਰਹੇ ਨੇ ਕਿ ਇਹ ਵੀ ਸ਼ਿਵ ਸੈਨਾ ਦੇ ਵੀ ਕਿਸੇ ਵੱਲੋਂ 1 ਲੱਖ ਰੁਪਇਆ ਦੇਵਾਂਗਾ, ਇਸ ਚੀਜ਼ ਨੇ 1 ਲੱਖ ਤੋਂ ਬਾਅਦ ਬਿਲਕੁਲ ਦਿਆ। ਹਾਂਜੀ, ਤੁਸੀਂ ਉਸ ਚੀਜ਼ ਦਾ ਸਮਰਥਨ ਕਰਦੇ ਜਿਹੜਾ ਉਸਨੇ ਬਿਆਨ ਦਿੱਤਾ 1 ਲੱਖ ਵਾਲਾ? ਨਹੀਂ, ਜਿੱਥੇ ਗਲਤ ਧਰਮ ਦੀ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਮਗਰ ਉਸਨੇ ਉਸਦੇ ਵਿੱਚ ਤੇ ਸਿੱਖ ਧਰਮ ਨੂੰ ਜ਼ਿਆਦਾ ਲਿਆਂਦਾ, ਉਸਨੇ ਉਹ ਈਸਾਈਆਂ ਨੂੰ ਜ਼ਿਆਦਾ ਲਿਆਂਦਾ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਬਵਾਲ ਨਹੀਂ ਚੁੱਕਿਆ। ਮਤਲਬ ਮੈਨੂੰ ਮੇਰਾ ਸਿਰ ਦੁਖਦਾ ਹੈ, ਮੈਂ ਗੋਲੀ ਲੈ ਰਿਹਾ, ਹੁਣ ਕਿਸੇ ਹੋਰ ਦਾ ਸਿਰ ਦੁਖਦਾ ਹੈ, ਉਹ ਤਾਂ ਉਹਨਾਂ ਨੇ ਗੋਲੀ ਲੈਣੀ ਆ। ਹੁਣ ਅੱਜ ਜਿਹੜੇ ਉਹਦੇ ਬਾਣੇ ਦੇ ਖਿਲਾਫ ਆਏ ਨੇ, ਕੱਲ ਲੁਧਿਆਣੇ ਵੀ ਉਹਦੇ ਕੰਪਲੇਂਟ ਕੀਤੀ ਆ ਈਸਾਈ ਧਰਮ ਦੇ ਲੋਕਾਂ ਨੇ, ਉਹ ਦੇਖੋ ਉਹਨਾਂ ਦੇ ਆਪ ਪਤਾ। ਅਸੀਂ ਮੈਂ ਤੁਹਾਨੂੰ ਦੱਸਿਆ ਨਾ, ਅਸੀਂ ਕਿਸੇ ਦੇ ਬਾਰੇ ਮਾੜਾ ਕਹਿੰਦੇ ਨਾ ਮਾੜਾ ਸੁਣਦੇ, ਨਾ ਆਪਣੇ ਬਾਰੇ ਮਾੜਾ ਕਿਸੇ ਨੂੰ ਕਹਿਣ ਦਵਾਂਗੇ। ਮੇਰਾ ਇੱਥੋਂ ਫੋਨ ਕਰਕੇ ਤੁਹਾਡੀ ਇੰਟਰਵਿਊ ਕਰਨ ਦਾ ਮਤਲਬ ਇਹ ਹੈਗਾ ਸੀ ਕਿ ਅਸੀਂ ਲੋਕ ਅਗਰ ਇਹਨੂੰ ਬਹਿ ਕੇ ਕਿਤੇ ਉਦਾਂ ਅਸੀਂ ਮੁਕਾ ਸਕਦੇ ਹੋਈਏ ਤੇ ਮੁਕਾ ਲਈਏ, ਮਗਰ ਇਸ ਤਰੀਕੇ ਨਾਲ ਵੀ ਤੁਸੀਂ ਕਹੋਗੇ ਵੀ ਉਹ ਗਾਣਾ ਸਪੈਸ਼ਲ ਉਹਨੇ ਇਸ ਤਰੀਕੇ ਨਾਲ ਬੋਲਿਆ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ, ਇਹਦੇ ਵਿੱਚ ਕਿਸੇ ਤੁਸੀਂ ਕਿਉਂਕਿ ਪਹਿਲੀ ਲਾਈਨ ਸੁਣ ਕੇ ਛੱਡ ਨਹੀਂ ਸਕਦੇ, ਇਹਦੇ ਚ ਦੂਸਰੀ ਲਾਈਨ ਦੇ ਉੱਤੇ ਉਹਨੇ ਸਾਰੇ ਹੀ ਵਿੱਚ ਲੈ ਆਂਦੇ ਨੇ, ਉਹਦੀ ਉਹਨੇ ਬਿਲਕੁਲ ਸਚਾਈ ਹੈ ਜਿਹੜੀ ਤੁਸੀਂ ਮੈਂ ਤਾਂ ਜਿਹੜੀ ਸਾਡੇ ਧਰਮ ਵਾਲਾ ਸੀ ਨਾ ਉਹ ਗੱਲ ਨੂੰ ਪੁੱਟ ਕਰ ਰਿਹਾ, ਅਸੀਂ ਜਿਹੜਾ ਉਹ ਵੀ ਕਰਨਗੇ। ਹਾਂਜੀ, ਦੇਖੋ ਸਚਾਈ ਇਹ ਹੈ ਕਿ ਤੁਹਾਨੂੰ ਉਹ ਦੂਸਰਿਆਂ ਨੂੰ ਨਾਲ ਲੈ ਕੇ ਤੁਸੀਂ ਉਹ ਅਗਲੇ ਬਾਰੇ ਕਹਿੰਦੇ ਨਾ ਤੇ ਜ਼ਿਆਦਾ ਵਧੀਆ ਹੁੰਦਾ। ਅਗਰ ਤੁਸੀਂ ਸਿੱਖ ਪੰਥ ਨੂੰ ਨਾਲ ਲੈਂਦੇ ਵੀ ਉਹਨੇ ਤੁਹਾਡੇ ਬਾਰੇ ਬੋਲਿਆ, ਫਿਰ ਇੱਕ ਵਿਚਾਰ ਵਟਾਂਦਰਾ ਇਹਦੇ ਤੇ ਕਰਕੇ ਇਹ ਆਰਾਮ ਨਾਲ। ਮਗਰ ਇਹ ਜਿਹੜਾ ਹੁਣ ਮੁੱਦਾ ਦੰਗਿਆਂ ਤੱਕ ਤੁਸੀਂ ਪਹੁੰਚਾ ਦਿੱਤਾ ਨਾ, ਇਹ ਬੜੀ ਗਲਤ ਚੀਜ਼ ਹੋਈ ਹੈ, ਕਿਉਂਕਿ ਇਸ ਚੀਜ਼ ਨੂੰ ਅਸੀਂ ਹਿੰਦੂ ਧਰਮ ਇਹਨੇ ਕਿਉਂ ਚੁੱਕਿਆ? ਸਿਰਫ ਇਸ ਚੀਜ਼ ਨੂੰ ਜਿਹੜਾ ਤੁਸੀਂ ਗਊ ਮੂਤਰ, ਅਸੀਂ ਕੋਈ ਉਹਦੀ ਨਹੀਂ ਹੱਦੀ ਨਹੀਂ, ਸਭ ਦੀਆਂ ਆਪਣੀਆਂ ਭਾਵਨਾਵਾਂ ਹੈਗੀਆਂ ਗਊ ਮੂਤਰ ਦੇ ਉੱਤੇ, ਕਿਸੇ ਦਾ ਵਿਸ਼ਵਾਸ ਹੈਗਾ ਕਿਸੇ ਦਾ ਨਹੀਂ ਹੈਗਾ, ਕਿਉਂਕਿ ਮੇਰੇ ਇੱਥੇ ਸੱਜਣ ਮਿੱਤਰ ਕਈ ਇਹੋ ਜਿਹੇ ਹਿੰਦੂ ਹੈਗੇ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਹੈਗਾ, ਮਗਰ ਉਹ ਉਹਨਾਂ ਦਾ ਵਿਸ਼ਵਾਸ ਹੈ, ਉਹਨਾਂ ਦਾ ਵਿਸ਼ਵਾਸ ਨਹੀਂ ਹੈਗਾ ਉਹਦੇ ਉੱਤੇ, ਮਗਰ ਤੁਹਾਡਾ ਵਿਸ਼ਵਾਸ ਹੈਗਾ। ਮਗਰ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦੋਂ ਉਹਨੇ ਸਾਰਿਆਂ ਨੇ ਬੋਲਿਆ, ਤੁਸੀਂ ਉਹ ਦੂਸਰੀਆਂ ਸੰਪਰਦਾਵਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਇੱਥੇ ਹੀ ਮੁਕਾ ਸਕਦੇ ਸੀ, ਨਾ ਕਿ ਤੁਸੀਂ ਪਹਿਲਾ ਪਰਚਾ, ਹੁਣ ਤੁਸੀਂ ਕਹਿੰਦੇ ਦੂਜਾ ਪਰਚਾ, ਫਿਰ ਤੁਸੀਂ ਮਾਫੀ ਨੂੰ ਵੀ ਆਪਣੇ ਤਰੀਕੇ ਨਾਲ ਹੀ ਲਵੋਗੇ, ਉਸ ਤੋਂ ਥੱਲੇ ਤੁਸੀਂ ਮਾਫੀ ਵੀ ਨਹੀਂ ਮਨਾਓਗੇ। ਇਹ ਸਿਰਫ ਕਲੇਸ਼ ਵਧਣ ਦਾ ਕਾਰਨ ਹੈਗਾ, ਇਹ ਵਧਾਉਣ ਦਾ ਇੱਕ ਤਰੀਕਾ ਹੈ, ਗਲਤੀ ਕਰੀ ਜਾਵੇ ਘੱਟ ਨਹੀਂ ਸਕਦਾ ਇਹ ਕਲੇਸ਼। ਨਹੀਂ ਭਾਜੀ, ਇੱਥੇ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਨਹੀਂ ਆ। ਜਿਹਨੇ ਗਲਤੀ ਕੀਤੀ ਆ ਉਹਨੂੰ ਤਾਂ ਮੰਨਣਾ ਹੀ ਪਏਗਾ ਨਾ, ਮੈਂ ਮੈਂ ਗਲਤੀ ਕੀਤੀ ਆ। ਉਹਨੇ ਤੇ ਮਾਫੀ ਮੰਗ ਲਈ, ਉਹਨੇ ਮਾਫੀ ਵੀਡੀਓ ਦੇਖੋ, ਤੁਸੀਂ ਉਹਦਾ ਗਾਣਾ ਉਹਨੇ ਵੀਡੀਓ ਪਾਈ ਸੀ ਨਾ, ਤੇ ਤੁਸੀਂ ਉਹਨੂੰ ਕਹਿ ਦਿੱਤਾ ਵੀ ਉਹਨੇ ਗਲਤ ਪਾਇਆ, ਉਹਨੇ ਵੀਡੀਓ ਪਾਈ ਮਾਫੀਨਾਮੇ ਦੀ, ਤਾਂ ਤੁਸੀਂ ਉਹ ਮੰਨਦੇ ਨਹੀਂ। ਇੱਕ ਚੀਜ਼ ਜੇ ਤੁਸੀਂ ਗਾਣਾ ਬਣਿਆ ਤਾਂ ਵੀਡੀਓ ਵੀ ਮੰਨੋ। ਮੈਨੂੰ ਦੱਸੋ ਨਾ, ਉਹ ਗਾਣਾ ਆਊਟ ਹੋ ਗਿਆ, ਲੋਕ ਉਹਨੂੰ ਬਾਰ-ਬਾਰ ਰਿਪੀਟ ਕਰ ਰਹੇ ਨੇ, ਉਹਨਾਂ ਦਾ ਮਕਸਦ ਪੂਰਾ ਹੋ ਗਿਆ ਨਾ। ਦੇਖੋ ਇੱਕ ਬੰਦੇ ਨੇ ਮਾਫੀ ਮੰਗੀ, ਉਸੇ ਬੰਦੇ ਨੇ ਵੀਡੀਓ ਸਾਡੇ ਅੱਗੇ ਕੋਈ ਸਾਡੇ ਅੱਗੇ ਕੋਈ ਮਾਫੀ ਨਹੀਂ ਮੰਗੀ ਉਹਨੇ, ਇੱਕ ਵਾਰ ਵੀ ਸਾਡੇ ਫੋਨ ਤੇ ਨਹੀਂ ਉਹਨੇ ਕਿਹਾ ਵੀ ਹਾਂ ਮੈਂ ਗਲਤ ਕੀਤਾ, ਉਹ ਆਪਣੀ ਗੱਲ ਤੇ ਪੂਰਾ ਅੜਿਆ ਰਿਹਾ। ਅੱਜ ਵੀ ਸਾਨੂੰ ਤਾਂ ਹੀ ਪਰਚਾ ਕਰਾਉਣਾ, ਮਤਲਬ ਉਹਦਾ ਮਾਫੀਨਾਮੇ ਦਾ ਮਤਲਬ ਇਹ ਹੈਗਾ ਵੀ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ, ਅਗਰ ਮੈਂ ਤੁਹਾਡੇ ਤੋਂ ਬਾਅਦ ਉੱਥੇ ਹੋਰ 10 ਹਿੰਦੂਆਂ ਦੀ ਵੀਡੀਓ ਮਤਲਬ ਕਿ ਇੰਟਰਵਿਊ ਕਰਾਂ, ਉਹਦੇ ਚ ਹੋ ਸਕਦਾ 2-4 ਬੰਦੇ ਇਹੋ ਜਿਹੇ ਹੁਣ ਕਹਿਣਗੇ ਮੈਨੂੰ ਗਊ ਮੂਤਰ ਨਾਲ ਕੁਝ ਨਹੀਂ ਹੈਗਾ, ਹੋ ਸਕਦਾ 2-4, ਤੁਸੀਂ ਮੰਨਦੇ ਹੋ ਇਹ 2-4 ਬੰਦੇ ਹੋ ਸਕਦੇ ਨੇ। ਅਸੀਂ ਤਾਂ ਆਪਣੀ ਗੱਲ ਕਰਦੇ, ਤੁਹਾਡੇ ਪਾਸ ਮੈਂ ਤੁਹਾਡੀ ਹੀ ਗੱਲ ਕਰਦਾ ਪਿਆ ਨਾ, ਤੁਹਾਡੇ ਵਾਸਤੇ ਹੀ ਉਸਨੇ ਮਾਫੀ ਮੰਗੀ ਆ, ਤੁਹਾਡੇ ਵਾਸਤੇ ਹੀ ਉਹਨੇ ਆਪਣੇ ਬਣਾ ਕੇ ਉਹ ਤੁਹਾਨੂੰ ਤੁਹਾਡੇ ਲੋਕਾਂ ਲਈ ਹੀ ਉਹ ਮਾਫੀ ਉਹਨੇ ਭੇਜੀ ਹੈ। ਮਗਰ ਅਗਰ ਤੁਸੀਂ ਇਹਦਾ ਮਤਲਬ ਉਹਨੇ ਗੁਨਾਹ ਨਹੀਂ ਕੀਤਾ, ਉਹ ਸਾਡੇ ਪ੍ਰੈਸ਼ਰ ਨਾਲੋਂ ਮਾਫੀ ਮੰਗ ਰਿਹਾ। ਜੇਕਰ ਉਹਨੇ ਗੁਨਾਹ ਨਹੀਂ ਕੀਤਾ ਤੁਸੀਂ ਉਹਦੀ ਗਲਤ ਵਕਾਲਤ ਕਰ ਰਹੇ ਹੋ। ਨੋ ਠੇਸਦਾਰ ਤੁਸੀਂ ਸੋਲੂਸ਼ਨ ਕੱਢੋ, ਸਾਡੀ ਜਿਹੜੀ ਠੇਸ ਪਹੁੰਚੀ ਉਹਦਾ ਕੀ ਸੋਲੂਸ਼ਨ ਦੇ ਆਨੰਦ ਨਾਲ ਜਾ ਰਹੇ, ਤੁਸੀਂ ਸੋਲੂਸ਼ਨ ਨੂੰ ਗਾਹ ਵਧਾਣਾ, ਕਿਉਂਕਿ ਇਹ ਮੁੱਦਾ ਬਣ ਗਿਆ ਹੁਣ ਹਿੰਦੂ ਸਿੱਖ ਦਾ।
ਹੁਣ ਇਹ ਗਾਂ ਵੱਧਦਾ ਪਿਆ, ਤੁਸੀਂ ਸਾਡੀ ਗਾਂ ਇਹਨੂੰ ਮੈਂ ਇੱਕ ਬੰਦਾ ਬੋਲ ਰਿਹਾ, ਉਹਦੇ ਮਗਰ 100 ਬੰਦਾ ਹੁਣ ਅੱਜ ਬੈਠਾ, ਉਹਦੇ ਮਗਰ 100 ਬੰਦਾ ਗਲਤ ਚੀਜ਼ਾਂ ਬੋਲ ਰਿਹਾ ਜਿਹੜੀਆਂ ਅਸੀਂ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ। ਕਾਰਨ ਤਾਂ ਉਹਨੇ ਬੋਲੇ ਨਾ, ਗੁਨਾਹ ਤਾਂ ਉਹਨੇ ਕੀਤਾ ਨਾ। ਇੱਕ ਬੰਦੇ ਦੀ ਗਲਤੀ ਦਾ ਰਿਜ਼ਲਟ ਕੌਮਾਂ ਭੁਗਤ ਰਹੀਆਂ, ਰਿਜ਼ਲਟ ਆਪਸੀ ਭਾਈਚਾਰਾ ਭੁਗਤ ਰਿਹਾ। ਇਸ ਦਾ ਹੱਲ ਕਿੱਦਾਂ, ਮਤਲਬ ਕਿ ਤੁਸੀਂ ਇਹਦਾ ਹੱਲ ਕਹਿੰਦੇ ਵੀ ਪਰਚੇ ਤੇ ਪਰਚਾ ਕਰਵਾ ਕੇ ਫਿਰ ਜਿੱਥੇ ਤੁਸੀਂ ਕਹੋਗੇ ਉੱਥੇ ਮਾਫੀਨਾਮਾ ਆ ਕੇ, ਉਹ ਕਹਿੰਦੇ ਜੇ ਮਾਫੀ ਮੰਗਣ ਦਾ ਕੀ ਢੰਗ ਹੈ, ਥੋੜਾ ਆਪੇ ਕਰੀ ਜਾਓ, ਆਪੇ ਮੰਗੇ ਦੁਨੀਆ ਮੁੜ ਕੇ ਆਪਣੇ ਅੰਦੋ ਆਪਣੇ ਕਮਰੇ 'ਚ ਤੁਸੀਂ ਲਾਈ ਜਾਓ, ਕਮਰੇ 'ਚ ਕਰੀ ਜਾਓ, ਤੁਸੀਂ ਸਾਡੇ ਧਰਮ ਉਹਨੇ ਜੇ ਗਾਣਾ ਵੀ ਆਪੇ ਬੋਲਿਆ ਆਪੇ ਪਾਇਆ ਤੇ ਉਹ ਮਾਫੀ ਵੀ ਉਹ ਆਪ ਨਹੀਂ ਲੋਕਾਂ ਲਈ ਜਗ੍ਹਾ ਤੇ ਬਣਾਇਆ, ਪਰ ਸੁਣਦਾ ਆਪ ਫਿਰ ਪਬਲਿਕ ਦੇ ਵਿੱਚ ਜਨਤਾ ਦੇ ਵਿੱਚ ਰਿਲੀਜ਼ ਨਾ ਕਰਦਾ। ਜਿਹੜਾ ਜਨਤਾ ਦੇ ਵਿੱਚ ਲੋਕਾਂ ਦੇ ਦਰਬਾਰ 'ਚ ਆਇਆ ਹੈ ਤਾਂ ਦਰਬਾਰ ਦਾ ਵੀ ਸੁਣੋ ਨਾ ਫੈਸਲਾ। ਉਹ ਉੱਥੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਡੀ ਸ਼ਿਵ ਸੈਨਾ ਨਾ, ਏਦਾਂ ਦੇ ਉੱਥੇ ਹੋਰ ਵੀ ਹੈਗੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਤੋਂ ਆਪੋ ਆਪਣੇ ਜਗ੍ਹਾ ਤੇ ਭਾਜੀ ਆਪਾਂ ਆਪਾਂ ਉਹਦੇ ਨਾਲ ਸਟੈਂਡ ਕਰਦੇ ਨਾ। ਕਿਸੇ ਨੂੰ ਫੜ ਲੈਣਾ, ਮੈਂ ਨਹੀਂ ਕਹਿੰਦਾ ਉਹ ਸ਼ਿਵ ਸੈਨਾ ਨੂੰ ਫੜਦਾ, ਉਹ ਬਜਰੰਗ ਦਲ ਨੂੰ ਫੜਦਾ, ਉਹ ਬੀਜੇਪੀ ਨੂੰ ਫੜਦਾ, ਜਿਹੜੀ ਹਿੰਦੂ ਸੰਗਠਨ ਦੇ ਕਿਸੇ ਮੁਖੀ ਨੂੰ ਲੈ ਕੇ ਸਾਡੇ ਧਾਰਮਿਕ ਸਥਲ ਤੇ ਜਾਂਦਾ। ਪਹਿਲਾਂ ਇਹ ਤੋਂ ਪਹਿਲਾਂ ਹੁਣ ਤੁਹਾਡੇ ਨਾਲ ਅਸੀਂ ਨਹੀਂ ਸ਼ੇਅਰ ਕਰ ਸਕਦੇ, 2-4 ਸਾਡੇ ਬੰਦਿਆਂ ਨੇ ਏਦਾਂ ਹੋਇਆ, ਅਸੀਂ ਉਹਨਾਂ ਨੂੰ ਮੰਦਰ 'ਚ ਲੈ ਜਾ ਕੇ, ਬਿਲਕੁਲ ਅੱਜ ਤੱਕ ਕੋਈ ਨਹੀਂ ਆਇਆ ਹੈਗਾ ਮਾਮਲਾ। ਇਹ ਸਾਡੇ ਨਾਲ ਪਹਿਲਾ ਮਾਮਲਾ ਨਹੀਂ, ਸਾਡੇ ਕਈ ਵਾਰ ਹੋਏ ਨੇ, ਲੇਕਿਨ ਇਹ ਭਾਈ ਸਾਹਿਬ ਨੇ ਉਸ ਗੱਲ ਤੇ ਜਾਣ ਬੁੱਝ ਕੇ ਇਹ ਜੰਗ ਲੜਾਇਆ ਹੈ। ਨਹੀਂ ਜਿਹੜਾ ਜਾਣ ਬੁੱਝ ਕੇ ਹੈਗਾ ਨਾ, ਦੇਖੋ ਜਿਹੜਾ ਜਾਣ ਬੁੱਝ ਕੇ ਹੁੰਦਾ ਉਹ ਚੀਜ਼ ਅਲੱਗ ਹੈ। ਜਾਣ ਬੁੱਝ ਕੇ ਵਾਲਾ ਤੁਹਾਨੂੰ ਪ੍ਰੂਫ ਕਰਨਾ ਪਏਗਾ ਕਿ ਮੈਨੂੰ ਇਹ ਪਤਾ ਹੈ ਵੀ ਉਹਨੇ ਉਹਦੇ ਕੋਲ ਜਾਣ ਬੁੱਝ ਕੇ ਗਾਣਾ ਲਿਖਵਾਇਆ ਵੀ ਮੈਂ ਇਹ ਗਾਣੇ ਦੇ ਲਫ਼ਜ਼ ਲਿਖ ਰਿਹਾ ਸਰ, ਉਹ ਗਾਣੇ ਦੇ ਵਿੱਚੇ ਬੋਲ ਰਿਹਾ ਹੈ ਵੀ ਜੇ ਮੈਂ ਬੋਲਤਾ ਤਾਂ ਜੰਗ ਛਿੜ ਜਾਵੇਗਾ। ਇੱਕ ਚੀਜ਼ ਤੁਸੀਂ ਇਸ ਚੀਜ਼ ਨੂੰ ਮੰਨਦੇ ਜੇ ਵੀ ਜਦੋਂ ਕੋਈ ਬੰਦਾ ਸੱਚ ਬੋਲੇਗਾ ਤਾਂ ਦੂਸਰੇ ਨੂੰ ਕੋੜਾ ਲੱਗੇਗਾ, ਇਸ ਚੀਜ਼ ਨੂੰ ਮੰਨਦੇ ਜੇ ਕਿ ਨਹੀਂ ਮੰਨਦੇ? ਭਾਜੀ ਮੈਂ ਇੱਥੇ ਤੁਹਾਡੇ ਇਹਦਾ ਮਤਲਬ ਸੱਚਾ ਅਸੀਂ ਝੂਠੇ। ਦੇਖੋ ਪੰਜਾਬੀ ਦੇ ਵਿੱਚ ਜਿਹੜੇ ਵੀ ਸਾਡੇ ਕੁਝ ਗੱਲਾਂ ਬਾਤਾਂ ਹੈਗੀਆਂ, ਵਿਆਹ ਸ਼ਾਦੀ ਤੋਂ ਲੈ ਕੇ ਸਿੱਠਣੀਆਂ ਵੀ ਸਾਡੀਆਂ, ਬੋਲੀਆਂ ਵੀ ਸਾਡੀਆਂ, ਉਹ ਸਾਰਾ ਕੁਝ ਗਾ ਕੇ ਹੀ ਸਮਝਾਇਆ ਜਾਂਦਾ। ਉਹਦੇ 'ਚ ਚੰਗਾ ਵੀ ਹੈ, ਮਾੜਾ ਵੀ ਹੈ, ਸਾਰਾ ਕੁਝ ਹੈ। ਇਸੇ ਤਰੀਕੇ ਨਾਲ ਇਹਦਾ ਪੇਸ਼ਾ ਸੀ ਗਾਣਾ, ਉਹਨੇ ਆਪਣਾ ਗਾ ਕੇ ਉਸ ਤਰੀਕੇ ਨੂੰ ਦੱਸਿਆ। ਅਗਰ ਕਹਿਣ ਤੋਂ ਮਤਲਬ ਇਸ ਇੰਟਰਵਿਊ ਦਾ ਵੀ ਆਪਾਂ ਇਸ ਚੀਜ਼ ਨੂੰ ਮੁਕਾਉਣ ਵੱਲ ਜਾਣਾ ਸੀ ਕਿ ਆਪਾਂ ਇਸ ਨੂੰ ਅੱਗ ਲਾਉਣ ਵੱਲ ਜਾਣਾ ਸੀ। ਤੁਸੀਂ ਕੋਸ਼ਿਸ਼ ਕਰੋ, ਦੇਖੋ ਸੋਲੂਸ਼ਨ ਸਾਨੂੰ ਦੱਸ ਦਿਓ, ਆਪਾਂ ਉਹਦੇ ਵੱਲ ਵੀ ਰਾਏ ਕਰ ਲੈਂਦੇ। ਅਸੀਂ ਤੁਹਾਡੀ ਗੱਲ ਬੜੀ ਕਰ ਦਿੰਦੇ। ਇਹ ਚੀਜ਼ ਆ, ਤੁਸੀਂ ਇਹ ਚੀਜ਼ ਮੰਨੋ ਕਿ ਹੱਲ ਇਹਦਾ ਕੱਢੋ ਜਿਹਦੇ ਨਾਲ ਇਹਦੇ ਵਿੱਚ ਦੰਗਾ ਵਿਵਾਦ ਨਾ ਹੋਵੇ, ਜਿਹਦੇ ਵਿੱਚ ਹੋਰ ਅੱਗ ਨਾ ਲੱਗੇ, ਹੋਰ ਪਰਚਿਆਂ ਵੱਲ ਨਾ ਜਾਓ। ਮੈਂ ਪਾਰਟੀ ਪ੍ਰਮੁੱਖ ਹੋ ਕੇ ਪਰਚੇ ਸ਼ਿਕਾਇਤ ਕਰਤਾ, ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਕੋਈ ਸੋਲੂਸ਼ਨ ਕੱਢੋ, ਠੀਕ ਆ, ਸਾਰਿਆਂ ਨੂੰ ਚੰਗਾ ਲੱਗੇਗਾ। ਆਪਾਂ ਤੁਹਾਡੇ ਨਾਲ ਸਹਿਮਤੀ ਹੈ, ਮੈਂ ਨਹੀਂ ਚਾਹੁੰਦਾ। ਬਹੁਤ ਸ਼ੁਕਰੀਆ ਤੁਹਾਡਾ, ਇਹ ਤੁਹਾਡੇ ਲਫ਼ਜ਼ਾਂ ਦਾ ਮੈਂ ਇੱਥੇ ਹੀ ਮੁਕਾਨਾ ਵਾ ਤੇ ਇਹੋ ਹੀ ਤਾਂ ਵੀਡੀਓ ਤੁਹਾਡੀ ਉਹਨਾਂ ਤੱਕ ਪਹੁੰਚਾਉਣਾ ਵਾ ਕਿ ਅਸੀਂ ਉਸ ਚੀਜ਼ ਨੂੰ ਬਹਿ ਕੇ ਹੱਲ ਕਰਨ ਦਾ ਬਿਲਕੁਲ ਚਲੋ ਇਸ ਦੇ ਨਾਲ ਹੀ